गुरु जी की साजी नवाजी। गुरु रूप गुरु प्यारी साध संगत जी, वाहिगुरु जी का खालसा, वाहिगुरु जी की फतेह। गुरमुख प्यारे जो आपां सतगुरां ने गुरबाणी गुरु राही उपदेश बख्शिश कीता, जिन्ना भी उपदेश दिता जा रहा सारा अपने मन नूं समझाउण वास्ते ही सारा ये ज्ञान ने, सारी ये सोझी दिती जाती बई, ताकि साडा जिहड़ा मन है इहनूं समझ लग जे, ये मनण दी अवस्था दे विच आ जावे ते अपने घर बैठ जावे। हुण उहदे वास्ते हर एक पक्षों मन नूं समझाया कि प्यार दे नाल भी समझाउंदे, जदों प्यार दे नाल नहीं समझदा फिर सख्त वचन भी बोलते, ताकि किवें ना किवें ये मन है जिहड़ा ये समझ जावे, इहनूं समझ लग जे ते घरे बैठ जावे। हुण इसलई फिर मन नूं समझाउंदे भी इहनूं रोज़ सिੱਖਿਆ दिंदे, रोज़ समझाउंदे हैं, पर एडा मूर्ख होया फिर नहीं समझदा, फिर भुल जांदा। मारे फरमाउंदे मन मूर्ख आजू ना समझत, सिख दे हारिओ नीत। बई इनू रोज़ सिੱਖਿਆ दिंदे फिर भुल जांदा, फिर विसार दिंदा। हुण मालक सानू भुले ना, सानू विसरे ना, इहो ज्ञान है, इहो मत, इहो वध ते इहो सब तो वड्डी सियाणप। मारे फरमाउंदे साई मत साई बुद्ध सियाणप, जित निमख न प्रभ विसरावे। बई उहिओ मत, उहिओ सोझी, उहिओ सियाणप, उहिओ वध, परमात्मा विसरे ना, सानू भुले ना, एक निमक भी ना भुले। जे वो सानू भुल जांदा है फिर महाराज कहंदे भी ये किदां दी भगती। एक तिल प्यारा विसरे
ਭਗਤ ਕਨੇਹੀ ਹੋਈ। ਵੀ ਇਹ ਕਿੱਦਾਂ ਦੀ ਭਗਤੀ ਵੀ ਉਹ ਤਾਂ ਸਾਨੂੰ ਭੁੱਲ ਹੀ ਜਾਂਦਾ, ਸਾਨੂੰ ਵਿਸਰ ਹੀ ਜਾਂਦਾ। ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ। ਹੁਣ ਤਾਂ ਕਰਕੇ ਫਿਰ ਮਨ ਨੂੰ ਕਹਿੰਦੇ ਬਈ ਤੂੰ ਆਪਦੇ ਹਿਰਦੇ 'ਚ ਵਸਾ ਲੈ। ਵੀ ਜੇ ਹਿਰਦੇ 'ਚ ਵਸਿਆ ਹੋਏਗਾ, ਮਨ 'ਚ ਵਸਿਆ ਹੋਏਗਾ ਤੇ ਸਾਨੂੰ ਭੁੱਲੇਗਾ ਨਹੀਂ। ਭੁੱਲਦਾ ਉਦੋਂ ਹੀ ਹੈ ਜਦੋਂ ਸਾਡੇ ਹਿਰਦੇ 'ਚ ਵਸਦਾ ਨਹੀਂ। ਹੁਣ ਇੱਕ ਤਾਂ ਹੁੰਦਾ ਜਿਵੇਂ ਮੁੱਖ ਤੋਂ ਕਰੀ ਜਾਣਾ, ਜਿਵੇਂ ਹੁਣ ਸਿਮਰਨ ਕਰਦੇ ਮੁੱਖ ਦੁਆਰਾ ਤਾਂ ਬਹੁਤ ਕਰਦੇ। ਸਤਿਗੁਰੂ ਕਹਿੰਦੇ ਉਹ ਗੁਰਮੁਖ ਵਿਰਲੇ ਨੇ ਜਿਹੜੇ ਆਪਦੇ ਹਿਰਦੇ 'ਚ ਅੰਦਰ ਵਸਾ ਲੈਂਦੇ। ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਉਹਨਾਂ ਨੇ ਮੁਕਤ ਹੋ। ਫਰਮਾਉਂਦੇ ਨੇ ਰਾਮ ਰਾਮ ਸਭ ਕੋ ਕਹੇ, ਬਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਬਈ ਅਸਲ ਦੇ ਵਿੱਚ ਮੁਕਤ ਉਹਨਾਂ ਨੇ ਹੋਣਾ ਜਿਨ੍ਹਾਂ ਦੇ ਹਿਰਦੇ 'ਚ ਵਸੇ। ਹੁਣ ਤਾਂ ਕਰਕੇ ਫਿਰ ਕਹਿੰਦੇ ਵੀ ਹਿਰਦੇ 'ਚ ਵਸਾਓ। ਬਈ ਜੇ ਉਹ ਸਾਡੇ ਹਿਰਦੇ 'ਚ ਵਸ ਜੇਗਾ ਫਿਰ ਸਾਨੂੰ ਭੁੱਲੇਗਾ ਨਹੀਂ, ਸਾਨੂੰ ਵਿਸਰੇਗਾ। ਜੇ ਹਿਰਦੇ 'ਚ ਵਸਿਆ ਨਹੀਂ, ਸਿਰਫ ਮੁੱਖ ਤੋਂ ਹੀ ਕਰਦੇ ਤੇ ਫਿਰ ਅੰਦਰ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੋ ਜਾਂਗੇ। ਹੁਣ ਜਦੋਂ ਹਿਰਦੇ 'ਚ ਨਹੀਂ ਵਸਦਾ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਅਸੀਂ ਮੁੱਖ ਤੋਂ ਬਾਹਰੋਂ ਗੱਲਾਂ ਤੋਂ ਤਾਂ ਬੜੇ ਚੰਗੇ, ਕਿਉਂਕਿ ਮੁੱਖ ਤੋਂ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ, ਪਰ ਅੰਦਰੋਂ ਮਨ ਹੈ ਜਿਹੜਾ ਉਹ ਕਾਲਾ ਹੈ, ਕਿਉਂਕਿ ਹਿਰਦੇ 'ਚ ਨਹੀਂ ਵਸੇ। ਮਾਰੇ ਫਰਮਾਉਂਦੇ ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕੁਸੁਧਾਂ ਕਾਲੀਆਂ, ਬਾਹਰ ਚਟਵੀਆਂ। ਬਈ ਗੱਲਾਂ ਤੋਂ ਤਾਂ ਅਸੀਂ ਮੁੱਖ ਤੋਂ ਅਸੀਂ ਵਧੀਆ ਗੱਲਾਂ ਕਰਦੇ ਹਾਂ, ਪਰ ਅੰਦਰੋਂ ਜਿਹੜਾ ਮਨ ਹੈ ਉਹਦੇ ਵਿੱਚ ਮੈਲ ਹੈ। ਸਾਡਾ ਜਿਹੜਾ ਆਚਰਣ ਹੈ ਉਹ ਮੈਲਾ ਹੈ, ਸਾਡਾ ਅੰਦਰੋਂ ਮੈਲਾ ਹੈ। ਬਈ ਬਾਹਰੋਂ ਅਸੀਂ ਕੁਝ ਹੋਰ ਦਿਖਾਉਂਦੇ ਹਾਂ ਤੇ ਅੰਦਰੋਂ ਕੁਝ ਹੋਰ। ਮਹਾਰਾਜ ਕਹਿੰਦੇ ਕਰੇ ਦੋਹ ਕਰਮ, ਵੀ ਜਿਹੜਾ ਕਰਦਾ ਤਾਂ ਉਹ ਤਾਂ ਵੀ ਮਾੜੇ ਅੰਦਰੋਂ ਦੁੱਖਦਾ, ਅੰਦਰ ਮੈਲਾ, ਦਿਖਾਉਂਦਾ ਕੁਝ ਹੋਰ ਹੈ। ਕਰੇ ਦੋਹ ਕਰਮ ਦਿਖਾਵੇ ਹੋਰ, ਰਾਮ ਕੀ ਦਰਗਾਹ ਵਾਧਾ ਚੋਰ। ਵੀ ਜੇ ਅਸੀਂ ਅੰਦਰੋਂ ਹਿਰਦੇ 'ਚ ਨਹੀਂ ਵਸਾਇਆ ਤੇ ਅਸੀਂ ਰਾਮ ਦੇ ਚੋਰ, ਪਰਮਾਤਮਾ ਦੇ ਚੋਰ ਹਾਂ, ਤੇ ਚੋਰ ਨੂੰ ਬੰਨਿਆ ਜਾਣਾ ਦਰਗਾਹ ਦੇ ਵਿੱਚ। ਚੋਰ ਦੇ ਘੁੱਟ ਪੈਣੀ, ਕਿਉਂਕਿ ਜਿਹੜਾ ਬਾਹਰੀ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ। ਫਿਰ ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਅੰਦਰੋਂ ਬਾਹਰੋਂ ਇੱਕ ਹੋ। ਉਹਦੇ ਵਾਸਤੇ ਫਿਰ ਕਹਿੰਦੇ ਜੇ ਸਾਡੇ ਹਿਰਦੇ 'ਚ ਵਸੇਗਾ ਤੇ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਜਾਵਾਂਗੇ। ਜੇ ਹੁਣ ਹਿਰਦੇ 'ਚ ਵਸਿਆ ਨਹੀਂ, ਹਿਰਦੇ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ। ਫਿਰ ਇਸ ਲਈ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਹਿਰਦੇ 'ਚ ਵਸਿਆ ਉਹਨਾਂ ਨੇ ਮੁਕਤ ਹੋ। ਹੁਣ ਤਾਈਓਂ ਫਿਰ ਬੇਨਤੀਆਂ ਮਾਲਕ ਜੋਦੜੀਆਂ ਕਰਦੇ ਗੁਰਮੁਖ ਵੀ ਸਾਡੇ ਹਿਰਦੇ 'ਚ ਵਸ। ਵਸ ਮੇਰੇ ਪਿਆਰੇ ਆ, ਵਸ ਮੇਰੇ ਗੋਬਿੰਦ, ਹਰ ਕਰ ਕਿਰਪਾ ਮਨ ਵਸ ਜੀਓ। ਵੀ ਜਦ ਤੱਕ ਤੇਰੀ ਕਿਰਪਾ ਨਹੀਂ ਹੁੰਦੀ ਤੂੰ ਹਿਰਦੇ 'ਚ ਨਹੀਂ ਵਸਦਾ। ਜਦ ਤੱਕ ਤੇਰੀ ਕਿਰਪਾ ਨਾ ਹੋਵੇ ਵੀ ਮੈਂ ਇਕੱਲਾ ਕੀ ਕਰਾਂ ਆਪ। ਬਾਬਾ ਕਬੀਰ ਜੀ ਕਹਿੰਦੇ ਵੀ ਇਕੱਲਾ ਕਾਰਨੀ ਕੀ ਕਰੇ,
ਵੀ ਮੈਂ ਜਿਉਂ-ਜਿਉਂ ਉੱਪਰ ਚੜ੍ਹਦਾ ਜਿਹੜੀ ਡਾਲੀ 'ਤੇ ਪੈਰ ਧਰਦਾ ਉਹੀਓ ਮੁੜ ਜਾਂਦੀ, ਜੇ ਤੂੰ ਆਪ ਨਾਲ ਸਹਾਈ ਹੋਵੇਂ। ਫਰਮਾਉਂਦੇ ਕਬੀਰ ਕਾਰਨ ਬਪਰਾ ਕਿਆ ਕਰੀ, ਜੋ ਰਾਮ ਨਾ ਹੋਤ ਸਹਾਈ। ਜਿਹੋ ਜਿਹੇ ਡਾਲੀ ਪੱਗ ਧਰੂੰ ਸੋਈ ਮੁੜ ਮੁੜ ਜਾਏ। ਵੀ ਮੈਂ ਕਰਾਂ ਕਿ ਜਿੱਥੇ ਮੈਂ ਪੈਰ ਰੱਖਦਾ ਉਹੀਓ ਮੁੜ ਜਾਂਦੀ, ਮੈਂ ਅੱਗੇ ਚੱਲਾਂ ਤੇ ਚੱਲਾਂ ਕਿਵੇਂ ਜੇ ਤੂੰ ਆਪ ਨਾਲ ਨਾ ਸਹਾਈ ਹੋ। ਸੋ ਇਸ ਵਾਸਤੇ ਫਿਰ ਗੁਰਮੁਖਾਂ ਨੇ ਮਾਲਕ ਨੂੰ ਬੇਨਤੀਆਂ ਕੀਤੀਆਂ, ਜੋਦੜੀਆਂ ਕੀਤੀ ਵੀ ਸਾਡੀ ਬੇਨਤੀ ਹੈ, ਸਾਡੀ ਜੋਦੜੀ ਹੈ ਵੀ ਤੁਸੀਂ ਕਿਰਪਾ ਕਰੋ, ਤੁਸੀਂ ਨਾਲ ਸਹਾਈ ਹੋ। ਫਿਰ ਜਦੋਂ ਅਸੀਂ ਉਦਮ ਕਰਦੇ ਹਾਂ ਫਿਰ ਨਾਲ ਮਾਲਕ ਆਪ ਸਹਾਈ ਹਨ। ਜਿਵੇਂ ਮਾਤਾ ਪਿਤਾ ਸੰਸਾਰੀ ਦੇਖਦੇ ਵੀ ਇੱਕ ਬੱਚਾ ਉਦਮ ਕਰ ਰਿਹਾ ਵੀ ਉਹ ਮਿਹਨਤ ਕਰ ਰਿਹਾ, ਪਰ ਜੇ ਉਹਨੂੰ ਨਹੀਂ ਵੀ ਸਫਲਤਾ ਮਿਲਦੀ ਫਿਰ ਵੀ ਉਹ ਮਾਂ ਪਿਓ ਦੇਖਦੇ ਵੀ ਇਹਨੇ ਮਿਹਨਤ ਤਾਂ ਕੀਤੀ ਹੈ ਨਾ, ਵੀ ਇਹਨੇ ਇਹ ਤਾਂ ਨਹੀਂ ਵੀ ਮਿਹਨਤ ਨਹੀਂ ਕੀਤੀ, ਮਿਹਨਤ ਵਾਲੀ ਕੋਈ ਕਮੀ ਨਹੀਂ ਰੱਖੀ, ਵੀ ਇਹਨੇ ਆਪਣਾ ਪੂਰਾ ਜ਼ੋਰ ਲਾ ਦਿੱਤਾ। ਹੁਣ ਇਸੇ ਤਰ੍ਹਾਂ ਹੀ ਮਾਲਕ ਦੇਖ ਵੀ ਅਸੀਂ ਕਿੰਨੀ ਕੁ ਮਸ਼ੱਕਤ, ਕਿੰਨੀ ਕੁ ਘਾਲਣਾ ਘਾਲਦੇ। ਜੇ ਹੁਣ ਅਸੀਂ ਮਿਹਨਤ ਕਰਾਂਗੇ ਨਹੀਂ, ਅਭਿਆਸ ਕਰਾਂਗੇ ਨਹੀਂ, ਤੇ ਫਿਰ ਉਹ ਵੀ ਦੇਖਦਾ ਮਾਲਕ ਵੀ ਇਹ ਆਪ ਤਾਂ ਕਰਦੇ ਨਹੀਂ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਉਦਮ ਕਰੋ, ਜਿਵੇਂ ਤੁਸੀਂ ਸੰਸਾਰੀ ਕਰਮ ਵਾਸਤੇ ਉਦਮ ਕਰਦੇ। ਹੁਣ ਜੀਵ ਜਦੋਂ ਆਪਦੀ ਮੱਤ ਦੁਆਰਾ ਚੱਲਦਾ ਉਦੋਂ ਫਿਰ ਉਹ ਕਹਿੰਦਾ ਵੀ ਆਪੇ ਪਰਮਾਤਮਾ ਕਰਾ, ਸਿਮਰਨ ਕਰੋ ਕਹਿੰਦੇ ਆਪੇ ਕਰਾ, ਸੰਗਤ ਕਰੋ ਕਹਿੰਦੇ ਆਪੇ ਕਰਾ। ਹੁਣ ਜ਼ਿਆਦਾ ਅਸੀਂ ਸੰਸਾਰ ਦਾ ਕਰਮ ਵੀ ਸਾਰਾ ਉਹਦੇ 'ਤੇ ਛੱਡ ਦਈਏ, ਉਹ ਅਸੀਂ ਛੱਡਦੇ ਨਹੀਂ, ਕਿਉਂਕਿ ਇੱਥੇ ਸਾਡੀ ਆਪਦੀ ਮੱਤ ਆ ਜਾਂਦੀ। ਕਿਸੇ ਨੂੰ ਕਹੋ ਵੀ ਕੰਮ ਨਾ ਕਰੋ, ਕਹਿੰਦਾ ਮੇਰਾ ਕੰਮ ਕਿਹਨੇ ਕਰਨਾ, ਇਹ ਤਾਂ ਮੈਨੂੰ ਕਰਨਾ ਹੀ ਪੈਣਾ, ਇਹ ਕਿਸੇ ਨੇ ਹੋਰ ਥੋੜ੍ਹੀ ਕਰ ਦੇਣਾ, ਇਹ ਤਾਂ ਮੈਨੂੰ ਆਪ ਹੀ ਕਰਨਾ ਪੈਣਾ। ਹੁਣ ਸੰਸਾਰੀ ਕਰਮ ਵਾਸਤੇ ਅਸੀਂ ਇੰਨੀ ਅਹਿਮੀਅਤ ਦਿੰਦੇ ਹਾਂ ਇਹਨੂੰ, ਇੰਨੀ ਮਿਹਨਤ ਕਰਦੇ ਹਾਂ, ਇੰਨੀ ਘਾਲਣਾ ਘਾਲਦੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਸੀਂ ਸਿਮਰਨ ਵਾਸਤੇ ਕਾਹਤੋਂ ਨਹੀਂ ਕਰਦੇ, ਉਹਦੇ ਵਾਸਤੇ ਕਹਿੰਦੇ ਵੀ ਆਪੇ ਕਰਾਓ। ਜ਼ਿਆਦਾ ਤੁਸੀਂ ਸੰਸਾਰ ਦਾ ਵੀ ਉਹਦੇ 'ਤੇ ਹੀ ਛੱਡ ਦਿਓ ਵੀ ਆਪੇ ਕਰ ਲਓ, ਇਹ ਨਹੀਂ ਛੱਡਦੇ। ਇਹ ਤਾਂ ਇੱਥੇ ਤੱਕ ਜੀਵ ਕਹਿ ਦਿੰਦਾ ਵੀ ਰੱਬ ਨੇ ਕਿਹੜਾ ਮੂੰਹ ਦੇ ਵਿੱਚ ਪਾ ਦੇਣਾ, ਵੀ ਇਹ ਤਾਂ ਕਰਨਾ ਹੀ ਪੈਣੀ ਮਿਹਨਤ। ਅਗਿਆਨਤਾ ਵਸ ਹੋਇਆ ਹੋਇਆ ਇਹ ਗੱਲਾਂ ਕਹਿੰਦੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਇੱਕ ਅਵਸਥਾ ਹੈ, ਵੀ ਇਹ ਅਵਸਥਾ ਇੱਦਾਂ ਨਹੀਂ ਬਣਦੀ ਵੀ ਜਿਵੇਂ ਜੀਵ ਆਮ ਤ੍ਰੈ ਗੁਣਾਂ 'ਚ ਕਹਿ ਦਿੰਦਾ ਵੀ ਆਪੇ ਕਰ, ਉਦੋਂ ਉਹਦੀ ਉਹ ਅਵਸਥਾ ਨਹੀਂ ਹੈ ਕਹਿਣ ਵਾਲੀ, ਕਿਉਂਕਿ ਉਹ ਸੰਸਾਰੀ ਵਾਸਤੇ ਤਾਂ ਕਿੰਨਾ ਉਦਮ ਕਰਦਾ, ਕਿੰਨੀ ਮਿਹਨਤ ਕਰਦਾ। ਇਹ ਅਵਸਥਾ ਤਾਂ ਉਦੋਂ ਬਣਦੀ ਗੁਰਮੁਖ ਦੀ ਜਦੋਂ ਉਹ ਇਹਨਾਂ ਤੋਂ ਉੱਪਰ ਉੱਠ ਜਾਂਦਾ। ਉਹ ਉਦੋਂ ਫਿਰ ਕਹਿੰਦਾ ਵੀ ਜੋ ਤੂੰ ਕਰ ਰਿਹਾ ਤੂੰ ਆਪ ਹੀ ਕਰ ਰਿਹਾ, ਕਿਉਂਕਿ ਉਹਦੇ ਹੁਕਮ 'ਚ ਆ ਗਿਆ, ਉਹਦੇ ਭਾਣੇ 'ਚ ਆ ਗਿਆ। ਫਿਰ ਤਾਂ ਉਹ ਸਾਰਾ ਕੁਛ ਹੀ ਉਹਦੇ ਉੱਤੇ ਛੱਡ ਦਿੰਦਾ। ਜਿਵੇਂ ਭਗਤਾਂ ਨੇ, ਉਹਨਾਂ ਨੇ ਸੰਸਾਰੀ ਕਰਮ ਵੀ ਉਹਦੇ 'ਤੇ ਛੱਡ ਦਿੱਤੇ। ਹੁਣ ਬਾਬਾ ਕਬੀਰ ਜੀ ਤਾਣਾ ਬੁਣਦੇ ਸੀ, ਉਹਨਾਂ ਨੇ ਬੁਣਨਾ ਹੀ ਛੱਡ ਦਿੱਤਾ। ਕਿਉਂ ਛੱਡ ਦਿੱਤਾ? ਉਹ ਕਹਿੰਦੇ ਵੀ ਜਦੋਂ ਮੈਂ ਉਹ ਤਾਗਾ ਬੇਹੀ ਦੇ ਵਿੱਚ ਪਾਉਣ ਲੱਗਦਾ ਵੀ ਉਦੋਂ ਮੈਨੂੰ ਇੱਕ ਚਿੱਤ ਹੋਣਾ ਪੈਂਦਾ ਅਤੇ ਉਦੋਂ ਮਾਲਕ ਵਿਸਰ ਜਾਂਦਾ। ਉਹ ਇੰਨਾ ਉਹਨਾਂ ਨੇ ਮਾਲਕ ਦੇ ਨਾਲ ਪਿਆਰ ਪਾਇਆ ਵੀ ਤਾਗਾ ਪਾਉਣ ਨੂੰ ਕਿੰਨਾ ਕੁ ਸਮਾਂ ਲੱਗਦਾ, ਉਹ ਇੰਨਾ ਵੀ ਮਾਲਕ ਦੇ ਨਾਲੋਂ ਵਿਛੋੜਾ ਨਾ ਝੱਲਦੇ ਅਤੇ ਉਹਨਾਂ ਨੇ ਬੁਣਨਾ ਹੀ ਛੱਡ ਦਿੱਤਾ। ਮਹਾਰਾਜ ਕਹਿੰਦੇ ਜਬ ਲਗ ਤਾਗਾ ਪਾਹੂੰ ਬੇਹੀ, ਤਬ ਲਗ ਵਿਸਰੇ ਰਾਮ ਸਨੇਹੀ। ਵੀ ਉਦੋਂ ਮੈਨੂੰ ਵਿਸਰ ਜਾਂਦਾ, ਇਸ ਕਰਕੇ ਮੈਂ ਬੁਣਨਾ ਹੀ ਛੱਡ ਦਿੱਤਾ।
ਤੇ ਉਹਨਾਂ ਦੇ ਮਾਤਾ ਜੀ ਫਿਕਰ ਕਰਨ ਲੱਗ ਗਏ ਵੀ ਇਹਨੇ ਤਾਂ ਹੁਣ ਬੁਣਨਾ ਵੀ ਛੱਡ ਦਿੱਤਾ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ, ਬੱਚੇ ਕੀ ਖਾਣ ਪੀਣਗੇ। ਫਿਰ ਬਾਬਾ ਕਬੀਰ ਜੀ ਕਹਿੰਦੇ ਵੀ ਸਾਰੇ ਬੱਚੇ ਤਾਂ ਉਹਦੇ ਮਾਲਕ ਦੇ, ਉਹਨੂੰ ਆਪੇ ਫਿਕਰ। ਉਹਨਾਂ ਨੇ ਤਾਂ ਫਿਰ ਇਹ ਵੀ ਉਹਦੇ 'ਤੇ ਹੀ ਛੱਡ ਦਿੱਤਾ ਸਾਰਾ ਕੁਛ। ਮਹਾਰਾਜ ਇਸ ਲਈ ਫਿਰ ਸਮਝਾਉਂਦੇ, ਕਹਿੰਦੇ ਕਹਿਤ ਕਬੀਰ ਸੁਨੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਘੁਰਾਈ। ਵੀ ਮਾਈ ਮਾਤਾ ਵੀ ਸਾਰਿਆਂ ਦਾ ਉਹ ਪਿਤਾ ਇੱਕੋ ਹੀ ਹੈ ਪਰਮਾਤਮਾ, ਤੇ ਉਹਨੂੰ ਸਭ ਦਾ ਫਿਕਰ, ਉਹੀਓ ਸਭ ਦੀ ਪਾਲਣਾ ਪੋਸ਼ਣਾ ਕਰਦਾ। ਹੁਣ ਉਹ ਇੱਕ ਅਵਸਥਾ ਹੈ ਵੀ ਜਿੱਥੇ ਜਾ ਕੇ ਵੀ ਉਹਨਾਂ ਦਾ ਮਨ ਮੰਨ ਜਾਂਦਾ ਵੀ ਸਾਰਾ ਕੁਛ ਮਾਲਕ ਆ, ਤੂੰ ਆਪ ਹੀ ਕਰ। ਹੁਣ ਇੱਕ ਤ੍ਰੈ ਗੁਣਾਂ 'ਚ ਜੀਵ ਹੈ ਜਿਹੜਾ ਕਹਿੰਦਾ ਵੀ ਸੰਸਾਰੀ ਕੰਮ ਤਾਂ ਮੈਂ ਕਰਦਾ, ਵੀ ਮੇਰੇ ਤੋਂ ਬਿਨਾਂ ਤਾਂ ਹੋਣਾ ਹੀ ਨਹੀਂ। ਤੇ ਉਹ ਆਖੇ ਵੀ ਸਿਮਰਨ ਆਪੇ ਕਰਾਊ, ਸੰਗਤ ਆਪੇ ਕਰਾਊ, ਤੇ ਉਹਦੇ 'ਤੇ ਇਹ ਗੱਲ ਨਹੀਂ ਟੁੱਕਦੀ। ਕਿਉਂਕਿ ਉਹ ਜਿਵੇਂ ਸੰਸਾਰ ਦੇ ਵਿੱਚ ਉਦਮ ਕਰ ਰਹੇ ਤੇ ਉਵੇਂ ਮਾਰੇ ਕਹਿੰਦੇ ਇਹਦੇ ਵਾਸਤੇ ਵੀ ਤੂੰ ਉਦਮ ਕਰ। ਉਦਮ ਕਰ ਤਾਂ ਹਰ ਜਪਣਾ ਬੜ ਭਾਗੀ ਹਰ ਧਨ ਖਾਟ, ਵੀ ਉਦਮ ਕਰਨਾ ਜਿਵੇਂ ਸੰਸਾਰੀ ਕਰਮ ਵਾਸਤੇ ਕਰ। ਔਰ ਇਸ ਵਾਸਤੇ ਫਿਰ ਕਹਿੰਦੇ ਵੀ ਜਦੋਂ ਉਦਮ ਕਰਾਂਗੇ, ਅਭਿਆਸ ਕਰਾਂਗੇ, ਫਿਰ ਸਾਡੀ ਮਿਹਨਤ ਹੈ ਜਿਹੜੀ, ਵੀ ਮਿਹਨਤ ਨੂੰ ਹੀ ਸਾਡੀ ਨੂੰ ਫਲ ਲੱਗਣ। ਜਿਵੇਂ ਮਹਾਰਾਜ ਕਹਿੰਦੇ ਵੀ ਨਾਮ ਤਾਂ ਪਰਮਾਤਮਾ ਦਾ ਸਾਰੇ ਹੀ ਜਪਦੇ ਨੇ, ਜਿੰਨੀ ਵੀ ਆਉਣ ਜਾਣ 84 ਲੱਖ ਜੂਨ ਨੇ ਸਭ ਜਪਦੇ ਨੇ, ਸਭ ਉਹਦਾ ਨਾਂ ਲੈਂਦੇ। ਮਹਾਰਾਜ ਕਹਿੰਦੇ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣ, ਵੀ ਜਿੰਨੀ ਵੀ ਆਉਣ ਜਾਣ ਲੱਗੇ ਸਭ ਤੇਰਾ ਨਾਮ ਲੈਂਦੇ। ਪਰ ਬਿਨਾਂ ਸੇਵਾ ਤੋਂ ਫਲ ਕਿਸੇ ਨੂੰ ਨਹੀਂ ਮਿਲਦਾ। ਜਦ ਤੱਕ ਅਸੀਂ ਮਾਲਕ ਦੀ ਸੇਵਾ ਨਹੀਂ ਕਰਾਂਗੇ, ਨਹੀਂ ਮਸ਼ੱਕਤ ਨਹੀਂ ਘਾਲਾਂਗੇ, ਤੇ ਫਿਰ ਉਹ ਕਹਿੰਦੇ ਫਲ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ, ਜਿਵੇਂ ਭਗਤਾਂ ਨੇ ਆਖੀ ਵੀ ਭਗਤੀ ਕੀਤੀ, ਅਭਿਆਸ ਕੀਤਾ ਤੇ ਫਿਰ ਮਿਲਾਪ ਕੀਤਾ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਈ ਮਿਲੇ ਰਘੁਰਾਏ। ਵੀ ਭਗਤੀ ਕੀਤੀ ਉਹਨਾਂ ਦਿਨ ਰਾਤ ਇੱਕ ਕਰ ਦਿੱਤੀ, ਵੀ ਇੰਨੀ ਜ਼ਿਆਦਾ ਉਹਨਾਂ ਨੇ ਮਸ਼ੱਕਤ ਘਾਲਣਾ ਘਰ, ਆਪਣਾ ਆਪਾ ਖੋਜ ਕੇ ਆਪ ਖੋਜ ਮਿਲੇ ਕਬੀਰਾ। ਵੀ ਆਪਣਾ ਆਪਾ ਖੋਜ ਕੇ ਫਿਰ ਉਹ ਕਹਿੰਦੇ ਮਿਲਾਪ ਕੀਤਾ, ਕਿਉਂਕਿ ਉਹਨਾਂ ਕੋਲ ਤਾਂ ਕੋਈ ਲਿਖਤ ਨਹੀਂ ਸੀ। ਜਿਵੇਂ ਹੁਣ ਆਪਣੇ ਪਾਸ ਤਾਂ ਗੁਰਬਾਣੀ ਗੁਰੂ ਨੇ, ਆਪ ਜੋ ਵੀ ਪੁੱਛਣਾ ਚਾਹੁੰਦੇ ਇਹਨਾਂ ਤੋਂ ਪੁੱਛ ਸਕਦੇ, ਹਰ ਇੱਕ ਪੱਖੋਂ ਸਾਨੂੰ ਸਮਝਾਉਂਦੇ ਨੇ। ਹੁਣ ਉਹਨਾਂ ਕੋਲ ਕੋਈ ਐਸੀ ਲਿਖਤ ਨਹੀਂ ਸੀ ਵੀ ਜਿੱਥੋਂ ਪੁੱਛਦੇ, ਸਿਰਫ ਉਹਨਾਂ ਦੇ ਅੰਦਰ ਤਾਂ ਤੜਫ ਹੀ ਸੀ, ਵਿਰਾਗ ਹੀ ਸੀ ਵੀ ਪਰਮਾਤਮਾ ਨੂੰ ਮਿਲਣਾ ਚਾਹੁੰਦੇ, ਵੀ ਜਿਹਨੇ ਸਾਨੂੰ ਪੈਦਾ ਕੀਤਾ ਉਹਦੇ ਨਾਲ ਮਿਲਾਪ ਕਰੀ। ਤੇ ਉਹ ਫਿਰ ਆਪਣਾ ਆਪਾ ਖੋਜ ਕੇ ਫਿਰ ਉਹਨਾਂ ਨੇ ਮਿਲਾਪ ਕੀਤਾ ਤੇ ਫਿਰ ਆਪਾਂ ਨੂੰ ਲਿਖਤੀ ਰੂਪ ਵਿੱਚ ਦੱਸ ਦਿੱਤਾ। ਉਹ ਉਹਨਾਂ ਦੇ ਸਾਰੇ ਜੀਵਨ ਦਾ ਤਜਰਬਾ, ਉਹਨਾਂ ਦਾ ਆਪਣੇ ਜੀਵਨ ਦਾ ਪ੍ਰੈਕਟੀਕਲ ਫਿਰ ਉਹਨਾਂ ਨੇ ਆਪਾਂ ਨੂੰ ਦੱਸਿਆ। ਜਿਵੇਂ ਬਾਬਾ ਕਬੀਰ ਜੀ ਕਹਿੰਦੇ, ਪਹਿਲਾਂ ਵੀ ਅਸੀਂ ਜਦੋਂ ਅੰਦਰ ਤੜਫ ਸੀ, ਵਿਰਾਗ ਸੀ ਪਰਮਾਤਮਾ ਨੂੰ ਮਿਲਣ ਦਾ, ਤੇ ਉਹਨਾਂ ਨੇ ਵੇਦਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਜਦੋਂ ਵੇਦਾਂ ਨੂੰ ਪੜ੍ਹਨ ਲੱਗੇ ਤੇ ਵਾਦ ਵਿਵਾਦ ਸ਼ੁਰੂ ਹੋ ਗਏ। ਫਿਰ ਉਹਨਾਂ ਨੇ ਦੇਖਿਆ ਵੀ ਇਹ ਵੇਦਾਂ ਦੇ ਨਾਲ ਵੀ ਵਾਦ ਵਿਵਾਦ ਹੈ। ਫਿਰ ਉਹਨਾਂ ਨੇ ਪੜ੍ਹਨਾ ਛੱਡ ਦਿੱਤਾ ਵੇਦਾਂ ਨੂੰ। ਫਿਰ ਉਹ ਜੋਗੀਆਂ ਪਾਸ ਚਲੇ ਗਏ। ਜੋਗੀਆਂ ਕੋਲ ਜਾ ਕੇ ਉਹਨਾਂ ਨੇ ਯੋਗ ਮੱਤ ਸੀ ਜਿਹੜੀ ਉਹ ਸਿੱਖੀ। ਜੋਗੀ ਆਉਣ ਨੂੰ ਉਲਟਾ ਕੇ
ਉਹ ਸੁੰਨ ਦੇ ਵਿੱਚ ਬੈਠੇ ਰਹਿੰਦੇ। ਜਿੰਨਾ ਸਮਾਂ ਬੈਠੇ ਰਹਿੰਦੇ ਸੁੱਖ, ਜਦੋਂ ਫਿਰ ਇੱਧਰ ਆਉਂਦੇ ਉਹ ਫਿਰ ਵਿਚਾਰ ਚੱਲ ਪੈਂਦੇ, ਫਿਰ ਮਨ ਜਿਹੜਾ ਫਿਰ ਸ਼ਾਂਤ ਹੋ ਜਾਂਦਾ। ਫਿਰ ਉਹਨਾਂ ਨੇ ਦੇਖਿਆ ਵੀ ਇਹ ਵੇਦਾਂ ਦੇ ਨਾਲੋਂ ਯੋਗ ਚੰਗਾ, ਬਈ ਕਿਸੇ ਦੇ ਨਾਲ ਵਾਦ ਵਿਵਾਦ ਤਾਂ ਨਹੀਂ, ਵੈਰ ਵਿਰੋਧ ਤਾਂ ਨਹੀਂ, ਵਿਚਾਰਾਂ ਦਾ ਟਕਰਾਅ ਤਾਂ ਨਹੀਂ, ਬਈ ਸੁੰਨ 'ਚ ਬੈਠੇ ਹਾਂ ਅਤੇ ਆਪਦਾ ਮਸਤ ਬੈਠੇ ਰਹਿੰਦੇ। ਪਰ ਪੂਰਨ ਮਿਲਾਪ ਦਾ ਰਸਤਾ ਇਹ ਵੀ ਨਹੀਂ ਵੀ ਸਦਾ ਵਾਸਤੇ ਆਨੰਦ ਹੋਵੇ। ਫਿਰ ਉਹਨਾਂ ਨੇ ਉਹ ਵੀ ਛੱਡ ਦਿੱਤਾ ਅਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਰਾਮਾਨੰਦ ਜੀ ਗੁਰੂ ਨੇ, ਉਸ ਸਮੇਂ ਉਹਨਾਂ ਕੋਲ ਗੁਰੂ ਦੀ ਪਦਵੀ ਸੀ। ਫਿਰ ਉਹਨਾਂ ਦੀ ਸ਼ਰਨ 'ਚ ਗਏ, ਫਿਰ ਉਹਨਾਂ ਤੋਂ ਜਾ ਕੇ ਸ਼ਬਦ ਲਿਆ, ਫਿਰ ਸ਼ਬਦ ਦੀ ਕਮਾਈ ਕੀਤੀ, ਫਿਰ ਮਾਲਕ ਨਾਲ ਮਿਲਾਪ ਕੀਤਾ। ਉਹ ਫਿਰ ਰਾਮ ਰਾਮ ਜਪਦੇ ਸੀ। ਜਦੋਂ ਰਾਮ ਰਾਮ ਜਪਣ ਲੱਗੇ ਤੇ ਲੋਕ ਉਹਨਾਂ ਦੀ ਨਿੰਦਿਆ ਕਰਨ ਲੱਗੇ, ਉਹਨਾਂ ਨੂੰ ਮਾੜਾ ਕਹਿਣ ਲੱਗੇ। ਫਿਰ ਉਹ ਕਹਿੰਦੇ ਵੀ ਚਾਹੇ ਸਾਡੀ ਕਿੰਨੀ ਵੀ ਹੁਣ ਨਿੰਦਿਆ ਕਰੋ, ਸਾਨੂੰ ਮਾੜਾ ਆਖੋ, ਹੁਣ ਅਸੀਂ ਰਾਮ ਦੀ ਭਗਤੀ ਨਹੀਂ ਛੱਡਾਂਗੇ। ਫਿਰ ਉਹਨਾਂ ਦੇ ਜੀਵਨ ਦਾ ਕਿੰਨਾ ਲੰਮਾ ਸਮਾਂ ਉਹਨਾਂ ਨੇ ਪਹਿਲਾਂ ਵੇਦਾਂ ਨੂੰ ਪੜ੍ਹਿਆ ਹੋਏਗਾ, ਫਿਰ ਉਹਨਾਂ ਨੇ ਯੋਗ ਮਤ ਕਿੰਨਾ ਲੰਮਾ ਸਮਾਂ ਲਾ ਕੇ ਉਹ ਸਿੱਖਿਆ ਹੋਣਾ। ਫਿਰ ਉਹ ਗੁਰੂ ਦੀ ਸ਼ਰਨ 'ਚ ਗਏ ਅਤੇ ਉਹਨਾਂ ਨੇ ਆਪਾਂ ਨੂੰ ਛੋਟੇ ਜਿਹੇ ਸ਼ਬਦ ਦੇ ਵਿੱਚ ਹੀ ਇਹ ਸਾਰਾ ਸਾਨੂੰ ਸਮਝਾ ਦਿੱਤਾ ਵੀ ਤਾਂ ਕਿ ਅਸੀਂ ਇਸ ਪਾਸੇ ਨੂੰ ਨਾ ਚੱਲੀਏ। ਅਤੇ ਉਹਨਾਂ ਨੇ ਪਹਿਲਾਂ ਹੀ ਨਿਚੋੜ ਕੱਢ ਕੇ ਦੱਸ ਦਿੱਤਾ। ਮਹਾਰਾਜ ਫਰਮਾਉਂਦੇ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੋ ਸਿਉ ਭਲ ਜੋਗ, ਭਗਤ ਨਾ ਛਾਡੂ ਰਾਮ ਕੀ ਭਾਵੇਂ ਨਿੰਦੋ ਲੋਕ। ਬਾਬਾ ਕਬੀਰ ਜੀ ਕਹਿੰਦੇ ਵੀ ਪਹਿਲਾਂ ਮੈਂ ਸਮਝਿਆ ਵੀ ਵੇਦਾਂ ਨੂੰ ਪੜ੍ਹਨਾ ਚੰਗਾ, ਪਰ ਵੇਦਾਂ ਦੇ ਨਾਲੋਂ ਕਹਿੰਦੇ ਯੋਗ ਚੰਗਾ। ਵੇਦਾਂ ਦੇ ਨਾਲੋਂ ਪੜ੍ਹਨ ਦੇ ਜੇ ਵਾਦ ਵਿਵਾਦ ਜੀ ਅਸੀਂ ਕਰਨਾ ਹੈ, ਜਿਵੇਂ ਹੁਣ ਗੁਰਬਾਣੀ ਪੜ੍ਹ ਕੇ ਜੇ ਅਸੀਂ ਵਾਦ ਵਿਵਾਦ 'ਚ ਹੀ ਪੈਣਾ, ਵੈਰ ਵਿਰੋਧ 'ਚ ਹੀ ਪੈਣਾ, ਅਤੇ ਇਹਦੇ ਨਾਲੋਂ ਯੋਗ ਚੰਗਾ। ਅਤੇ ਫਿਰ ਉਹ ਕਹਿੰਦੇ ਯੋਗ ਦੇ ਨਾਲੋਂ ਵੀ ਪਰਮਾਤਮਾ ਦੀ ਭਗਤੀ, ਗੁਰੂ ਦੀ ਮੱਤ ਲੈ ਕੇ ਉਹ ਕਰਨੀ ਅਤੇ ਮਾਲਕ ਦੇ ਵਿੱਚ ਸਦਾ ਵਾਸਤੇ ਸਮਾਉਣਾ। ਫਿਰ ਉਹ ਕਹਿੰਦੇ ਹੁਣ ਅਸੀਂ ਭਗਤੀ ਨਹੀਂ ਛੱਡਾਂਗੇ, ਚਾਹੇ ਸਾਡੀ ਨਿੰਦਿਆ ਕਰੋ, ਸਾਨੂੰ ਮਾੜਾ ਆਖੋ। ਇਹ ਹੋ ਕੇ ਉਹਨਾਂ ਨੇ ਜਦੋਂ ਫਿਰ ਇਹ ਭਗਤੀ ਕੀਤੀ ਅਤੇ ਜੀਵ ਉਹਨਾਂ ਨੂੰ ਕਹਿਣ ਲੱਗੇ ਵੀ ਕਬੀਰ ਤਾਂ ਬੌਰਾ ਹੋ ਗਿਆ, ਕਮਲਾ ਹੋ ਗਿਆ, ਵੀ ਇਹ ਤਾਂ ਗੱਲਾਂ ਹੀ ਉਹ ਕਰਦਾ ਜਿਹੜੀਆਂ ਕਦੇ ਸੁਣੀਆਂ ਨੇ। ਮਹਾਰਾਜ ਕਹਿੰਦੇ ਕਬੀਰ ਬਈ ਉਹਨੂੰ ਕਹਿੰਦੇ ਜੀਵ, ਲੋਕ ਕਹਿੰਦੇ ਲੋਕ ਕਹੇ ਕਬੀਰ ਬਰਾਨਾ, ਬਈ ਕਬੀਰ ਹੈ ਜਿਹੜਾ ਉਹ ਬੌਰਾ ਹੋ ਗਿਆ। ਕਬੀਰ ਕਾ ਮਰਮ ਰਾਮ ਪਹਿਚਾਨਾ। ਹੁਣ ਉਹ ਲੋਕ ਕਹਿੰਦੇ ਵੀ ਕਬੀਰ ਬੌਰਾ ਹੈ, ਕਮਲਾ ਹੈ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ, ਵੀ ਕਬੀਰ ਤਾਂ ਰਾਮ ਦਾ ਹੀ ਰੂਪ ਹੋ ਗਿਆ ਪਰਮਾਤਮਾ 'ਚ, ਉਹਦੇ ਅਤੇ ਪਰਮਾਤਮਾ ਦੇ ਵਿੱਚ ਤਾਂ ਕੋਈ ਅੰਤਰ ਹੀ ਨਹੀਂ ਰਿਹਾ, ਕੋਈ ਫਰਕ ਹੀ ਨਹੀਂ ਰਿਹਾ। ਸੋ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਸਾਡੇ ਸਾਰਿਆਂ ਦੇ ਜੀਵਨ ਦਾ ਜਿਹੜਾ ਮਕਸਦ ਵੀ ਉਹਨਾਂ ਨੂੰ ਤਾਂ ਕਿੰਨਾ ਸਮਾਂ ਲੱਗਿਆ, ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਸੀ, ਉਹਨਾਂ ਕੋਲ ਕੋਈ ਲਿਖਤ ਨਹੀਂ ਸੀ। ਹੁਣ ਆਪਾਂ ਨੂੰ ਤਾਂ ਸਾਰਾ ਗੁਰੂ ਸਾਹਿਬਾਨਾਂ ਨੇ ਸਾਰੀ ਭਗਤਾਂ ਦੀ ਬਾਣੀ ਇਕੱਤਰ ਕਰਾ ਕੇ ਫਿਰ ਆਪਾਂ ਨੂੰ ਦੱਸ ਦਿੱਤਾ ਅਤੇ ਉੱਪਰ ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਲਾ ਦਿੱਤੀ ਵੀ ਜੋ ਇਹ ਭਗਤ ਜਨ ਕਹਿ ਰਹੇ, ਜਦੋਂ ਅਸੀਂ ਇਹਨਾਂ ਦੇ ਦੱਸੇ ਮਾਰਗ ਦੇ ਉੱਤੇ ਚੱਲਾਂਗੇ ਫਿਰ ਅਸੀਂ ਆਪਦੇ ਜੀਵਨ ਦਾ ਲਾਹਾ ਕੱਢ ਲਾਂਗੇ, ਅਸੀਂ ਮਾਲਕ ਨਾਲ ਮਿਲਾਪ ਕਰ ਲਾਂਗੇ। ਫਿਰ ਇਸ ਵਾਸਤੇ ਸਾਨੂੰ ਸਮਝਾਉਂਦੇ ਵੀ ਤੁਸੀਂ ਚੱਲੋ, ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ।
ਵੀ ਸਾਨੂੰ ਹੁਣ ਗੁਰਬਾਣੀ ਗੁਰੂ ਕਹਿ ਰਹੇ ਵੀ ਤੁਸੀਂ ਹੌਲੇ ਮਾਰਗ ਦੇ ਉੱਤੇ ਚੱਲਦੇ ਹੋਏ ਤੁਸੀਂ ਪਰਮਾਤਮਾ ਨੂੰ ਆਪਦੇ ਹਿਰਦੇ ਵਿੱਚ ਵਸਾਓ। ਤੁਸੀਂ ਮਾਲਕ ਨੂੰ ਭੁੱਲੋ ਨਾ, ਉਹਨੂੰ ਵਿਸਰੋ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਹੀ ਲਾਹੋ। ਹੁਣ ਅਸੀਂ ਭੁੱਲ ਜਾਂਦੇ ਹਾਂ, ਤਾਂ ਕਰਕੇ ਸਾਨੂੰ ਰੋਜ਼ ਸਮਝਾਉਂਦੇ। ਰੋਜ਼ ਦੀ ਰੋਜ਼ ਦਾ ਖੇਲ ਹੈ, ਅਸੀਂ ਰੋਜ਼ ਹੀ ਆ ਕੇ ਇੱਧਰ ਭੁੱਲ ਜਾਂਦੇ। ਜਦੋਂ ਭੁੱਲਦੇ ਹਾਂ, ਭੁੱਲੇ ਹੋਏ ਮਨ ਨੂੰ ਫਿਰ ਸਮਝਾਉਂਦੇ ਵੀ ਤੂੰ ਭੁੱਲਦਾ ਕਾਹਤੋਂ, ਤੂੰ ਚੇਤੇ ਕਿਉਂ ਨਹੀਂ ਰੱਖਦੀ। ਵੀ ਜਿਸ ਮਕਸਦ ਵਾਸਤੇ ਤੂੰ ਆਇਆ ਤੂੰ ਉਹਨੂੰ ਚੇਤੇ ਰੱਖ। ਮਹਾਰਾਜ ਇਸ ਲਈ ਫਰਮਾਉਂਦੇ, ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋਤਨ। ਵੀ ਉਹ ਸਾਹਿਬ ਨੂੰ ਚੇਤੇ ਕਰ ਜਿਹਨੇ ਤੈਨੂੰ ਪੈਦਾ ਕੀਤਾ, ਉਹਨੂੰ ਆਪਣੇ ਹਿਰਦੇ 'ਚ ਵਸਾ, ਉਹਨੂੰ ਭੁੱਲਣਾ, ਉਹਨੂੰ ਵਿਸਾਰਨ। ਔਰ ਇਸ ਵਾਸਤੇ ਫਿਰ ਮਨ ਨੂੰ ਵਾਰ-ਵਾਰ ਸਮਝਾਇਆ ਜਾਂਦਾ, ਅਤੇ ਭੁੱਲਿਆ ਹੋਇਆ ਮਨ ਸਮਝਦਾ ਗੁਰੂ ਦੇ ਸ਼ਬਦ ਵਾਰ। ਭੁੱਲਾ ਮਨ ਸਮਝੇ ਗੁਰ ਸ਼ਬਦੀ। ਬਈ ਗੁਰੂ ਦੇ ਸ਼ਬਦ ਵਾਰ ਇਹਨੂੰ ਭੁੱਲੇ ਹੋਏ ਨੂੰ ਵਾਰ-ਵਾਰ ਸਮਝਾਉਣਾ। ਜਦੋਂ ਵਾਰ-ਵਾਰ ਇਹਨੂੰ ਸਮਝਾਈ ਜਾਵਾਂਗੇ ਫਿਰ ਇਹਦੇ 'ਤੇ ਅਸਰ ਹੁੰਦਾ। ਜਦੋਂ ਵਾਰ-ਵਾਰ ਇਹਨੂੰ ਕਹੀ ਜਾਂਦੇ ਫਿਰ ਇਹਦੇ 'ਤੇ ਅਸਰ ਹੁੰਦਾ। ਜਿਵੇਂ ਹੁਣ ਜਿੱਦਾਂ ਦੀ ਅਸੀਂ ਸੰਗਤ ਕਰਦੇ ਹਾਂ, ਸਾਡੇ ਮਨ 'ਤੇ ਉਹਦਾ ਅਸਰ ਜ਼ਰੂਰ ਹੁੰਦਾ। ਜਿੱਦਾਂ ਦੀ ਅਸੀਂ ਸੰਗਤ ਕਰਾਂਗੇ ਉੱਦਾਂ ਦਾ ਹੀ ਸਾਡੇ ਮਨ ਨੂੰ ਫਲ ਮਿਲੇਗਾ। ਮਹਾਰਾਜ ਕਹਿੰਦੇ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦੇਹ ਦਿਸ ਜਾਏ। ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਹੁਣ ਜਿਹਦੀ ਅਸੀਂ ਸੰਗਤ ਕਰਦੇ ਹਾਂ ਉਹਦਾ ਸਾਡੇ ਮਨ 'ਤੇ ਅਸਰ ਹੋਏਗਾ। ਜੇ ਸਾਡਾ ਸੰਗ ਮਨਮੁਖਾਂ ਨਾਲ, ਬਹਿਣੀ ਉੱਠਣੀ ਉਹਨਾਂ ਨਾਲ, ਫਿਰ ਸਾਡੇ ਮਨ 'ਤੇ ਉਹਨਾਂ ਦਾ ਅਸਰ ਹੋਣਾ। ਜਦੋਂ ਦੁਬਦਾ ਦੀ ਗੱਲ ਕਰਨਗੇ ਸਾਡੇ ਮਨ 'ਤੇ ਅਸਰ ਹੋਏਗਾ। ਉਹ ਮਾਇਆ ਦੀਆਂ ਗੱਲਾਂ ਕਰਨਗੇ, ਸੰਸਾਰ ਦੀਆਂ, ਉਹ ਲੋਭ ਦੀ ਗੱਲ ਕਰਨਗੇ, ਉਹ ਮੋਹ ਦੀ, ਹੰਕਾਰ ਦੀ ਗੱਲ ਕਰਨਗੇ, ਉਹ ਸੰਸਾਰ ਦੇ ਵਿੱਚ ਦੁਨਿਆਵੀ ਧਨ ਦੀ ਗੱਲ ਕਰਨਗੇ। ਉਹਨਾਂ ਦਾ ਅਸੀਂ ਸੰਗ ਕਰਾਂਗੇ, ਉਹਦਾ ਸਾਡੇ ਮਨ ਦੇ ਉੱਤੇ ਅਸਰ ਹੋਏਗਾ। ਜਦੋਂ ਸਾਡੇ ਮਨ 'ਤੇ ਅਸਰ ਹੋਏਗਾ ਤਾਂ ਸਾਨੂੰ ਵੀ ਉਧਰ ਨੂੰ ਲਾਲਸਾ ਜਿਹੜੀ ਉਹ ਪੈਦਾ ਹੋ ਜਾਏਗੀ। ਸਾਡੇ ਅੰਦਰ ਵੀ ਆਸ਼ਾ ਅਭਿਲਾਸ਼ਾ ਜਿਹੜੀਆਂ ਤ੍ਰਿਸ਼ਨਾਵਾਂ ਨੇ ਉਹ ਚੱਲ ਪੈਣਗੀਆਂ। ਜੇ ਹੁਣ ਅਸੀਂ ਗੁਰਮੁਖਾਂ ਦਾ ਸੰਗ ਕਰਾਂਗੇ, ਜਿਨ੍ਹਾਂ ਦੇ ਅੰਦਰ ਮਾਲਕ ਨੂੰ ਮਿਲਣ ਦੀ ਤੜਫ, ਜਿਨ੍ਹਾਂ ਦੇ ਅੰਦਰ ਮਾਲਕ ਦੇ ਗੁਣ ਗਾਉਣ ਦੀ ਲਾਲਸ, ਉਹਨਾਂ ਦਾ ਅਸੀਂ ਸੰਗ ਕਰਦੇ ਅਤੇ ਸਾਡੇ ਅੰਦਰ ਵੀ ਉਹੀਓ ਫਿਰ ਚੱਲਣਾ ਸ਼ੁਰੂ ਹੋ ਜਾਂਦਾ। ਫਿਰ ਸਾਨੂੰ ਵੀ ਹੋਰ ਲੋਭ ਨਹੀਂ, ਸਾਨੂੰ ਇਹ ਲਾਲਚ ਹੁੰਦਾ ਵੀ ਮਾਲਕ ਦੇ ਵੱਧ ਤੋਂ ਵੱਧ ਗੁਣ ਗਾਈਏ, ਉਹਦੀ ਉਸਤਤ ਕਰੀਏ, ਉਹਦੀ ਵਡਿਆਈ ਕਰੀਏ, ਵੱਧ ਤੋਂ ਵੱਧ ਅਸੀਂ ਸ਼ਬਦ ਦੀ ਕਮਾਈ ਕਰੀਏ। ਫਿਰ ਸਾਡੇ ਉੱਤੇ, ਮਨ ਦੇ ਉੱਤੇ ਇਹ ਅਸਰ ਹੋਏਗਾ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਸੰਗਤ ਦਾ ਅਸਰ ਹੁੰਦਾ। ਹੁਣ ਸੰਸਾਰ ਦੇ ਵਿੱਚ ਬਹੁਤੀ ਜਿਹੜੀ ਭੀੜ, ਉਹ ਉਹਨਾਂ ਜੀਵਾਂ ਦੀ ਫਿਰ ਜਿਹੜੇ ਮਾਇਆਧਾਰੀ। ਜਦੋਂ ਮਾਇਆਧਾਰੀ ਹੁੰਦਾ ਮਨ, ਉਹ ਅੰਨਾ 'ਤੇ ਬੋਲਾ ਹੋਇਆ ਹੁੰਦਾ। ਮਾਇਆਧਾਰੀ ਆ ਤਾਂ ਅੰਨਾ ਬੋਲਾ, ਸ਼ਬਦ ਨਾ ਸੁਣੇ ਵਾ ਰੋਲ ਕਚੋਲਾ। ਜਦੋਂ ਅਸੀਂ ਵੀ ਅੰਨਿਆਂ 'ਤੇ ਬੋਲਿਆਂ ਦੀ ਸੰਗਤ ਕਰਾਂਗੇ, ਜਦੋਂ ਅਸੀਂ ਵੀ ਮਾਇਆਧਾਰੀਆਂ ਦੀ ਸੰਗਤ ਕਰਾਂਗੇ ਤਾਂ ਸਾਡੇ ਮਨ 'ਤੇ ਵੀ ਉੱਦਾਂ ਦਾ ਹੀ ਅਸਰ ਹੋਏਗਾ। ਕਿਉਂਕਿ ਅੰਨੇ ਨੇ ਤਾਂ ਉਹੀਓ ਗੱਲ ਕਰਨੀ,
भोले ने उहियो गल करनी माया दी, क्योंकि मायाधारी होया हुण जिहड़े गुरमुख मालक नूं देखदे, जिहड़े मालक नूं सुणदे, जिन्हां दे हिरदे विच ओह वसे है, जदों असीं उन्हां दा संग करांगे फिर उन्हां ने मालक दी विचार कर, सच दी, नाम दी, ते फिर साडे अंदर भी उत्साह पैदा होएगा भी असीं भी किवें अन्निਆਂ तो सजाखे होईए ताकि सानूं भी परमात्मा दिसे, असीं भी परमात्मा दे दर्शन करिए। सानूं क्यों नहीं नज़र आउंदा, सानूं क्यों नहीं दस, सानूं क्यों नहीं दर्शन आउंदे। फिर असीं चाहुंदे भी सानूं भी मालक दी आवाज़ सुने, भी असीं क्यों बोले होए बैठे, सानूं क्यों मालक दी आवाज़ नाद नहीं सुनदा, काहतों नाम नहीं सुनदा। फिर असीं चाहुंदे भी असीं काहतों गुंगे होए बैठे, असीं भी मालक दे गुण गाईए, उहदी सिफत सलाह करिए, उहदी वडियाई करिए। इस करके फिर सानूं समझाउंदे भी जदों असीं सत्संगत करदे फिर गुरु सानूं अन्निਆਂ तो सजाखे कर दिंदा, बोलियां तो सानूं सुन ला दिंदा ते गूंगिਆਂ नूं बोलण ला दिंदा। बई ये नहीं बई असी आखिए भी संसारी जिमें कोई बोल नहीं सकता वो गूंगा, गूंगे असी होए हैं जदों मालक दे गुण नहीं गाउंदे, परमात्मा की सिफत सलाह वडियाई नहीं करते, ब्रह्म की विचार नहीं करते। उदों बेशक असी बोलते तो हैगे पर उन्होंने गूंगे कहते भी मायाधारी है, गूंगा होया होए, परमात्मा के गुण तो गाउंदा ही नहीं। भी जिस मकसद वास्ते रसना मिली है भी रसना दोबारा परमात्मा के गुण नहीं गाउंदा, उसकी सिफत सलाह नहीं करता, गूंगा है। हुण गुरु फिर सानूं गूंगिਆਂ नूं बोलण ला दिंदे, वो सानूं सिमरन करन ते ला दिंदे, वो सानूं मालक की सिफत सलाह ते ब्रह्म की विचार ते ला दिंदे। तां कहंदे फिर गूंगे भी गुरु का संग करके बोलन लग जाते। फिर जिहड़े अन्ने वो सजाखे हो जाते, उन्होंने दिसन लग जाता। अन्ने ये नहीं भी आपां कोई भी अखां तो दींदा नहीं, पहले माया नूं तां आपां देखदे ही नहीं। अन्ने उन्होंने कहंदे भी जिहड़े परमात्मा नूं नहीं देखदे, भी जिहड़े मालक तो बेमुख होए होए ने। ताइयों मारे फरमाउंदे अंधे ना आखियन जन मुख लोयण नाहे, अंधे सही नानका जो खसम को थे जाहे। भी अन्ने उन्होंने नहीं कहा जाता जिहड़े नेत्रहीन ने, अन्ने वो ने जिहड़े मालक तो बेमुख होए होए, जिन्होंने परमात्मा दिसदा ही नहीं, जिन्होंने मालक नज़र ही नहीं आउंदा, कहंदे अन्ने। ते गुरु सानू फिर अन्निਆਂ नूं सानू दिसन ला दिंदे। वो साडा पड़दा जिहड़ा आया होया वो पड़दा चुक दिंदे, पासे कर दिंदे ते सानू परमात्मा दिसन लग जांदे। फिर उदों कहंदे सजाखे हो के सानू बोलियां नूं सुणन ला दिंदे, परमात्मा की आवाज़ नाम। सो तां करके फिर कहंदे भी ये फिर है तां साडे जीवन की जाच सानू दसी भी गुरमुख ते मनमुख, भी शरीर एको जिहा दोवां दा, पर अंतर की है? अंतर ये है बई जिहड़ा गुरमुख है वो परमात्मा नूं देखदा, मनमुख देखदा नहीं। गुरमुख है जिहड़ा वो परमात्मा की आवाज़ नूं सुणदा, हरि दे कीर्तन नूं सुणदा, हरि की कथा नूं सुणदा। मनमुख नूं पता ही नहीं भी वो हरि की कथा कित्थे हो रही, वो सुणदा ही नहीं। गुरमुख मालक दे गुण गाउंदा, उहदी शोभा करदा, वडियाई करदा, ते मनमुख गुण गाउंदा ही नहीं। वो माया की उस्तत करी जांदा, माया की सोले गाई जांदा। इस वास्ते फिर ये अंतर फर्क है। शरीर एको जिहा देखण नूं एको जिही लगदी, सिर्फ मन की जिहड़ी अवस्था
ਉਹਦਾ ਅੰਤਰ ਹੈ, ਉਹਦਾ ਫਰਕ। ਜਿਵੇਂ ਪਹਿਰਾਵਾ ਇੱਕੋ ਜਿਹਾ ਹੀ, ਜਿਵੇਂ ਹੁਣ ਆਮ ਜੀਵ ਕਈ ਕਹਿ ਦਿੰਦੇ ਵੀ ਅਸੀਂ ਜੀ ਸਾਬਤ ਸੂਰਤ ਹਾਂ, ਕੁਝ ਅਸੀਂ ਖਾਂਦੇ ਪੀਂਦੇ ਨਹੀਂ, ਨਸ਼ਾ ਨਹੀਂ ਕਰਦੇ, ਜਾਂ ਹੋਰ ਕੋਈ ਮਾੜੀ ਚੀਜ਼ ਨਹੀਂ ਅਸੀਂ ਖਾਂਦੇ, ਸਿਰਫ ਅਸੀਂ ਗੁਰੂ ਵਾਲੇ ਨਹੀਂ ਬਣੇ, ਅੰਮ੍ਰਿਤ ਨਹੀਂ ਛਕਿਆ, ਉੱਦਾਂ ਖਾਂਦੇ ਪੀਂਦੇ ਕੁਛ। ਹੁਣ ਕੀ ਫਰਕ ਇਹੀ ਹੈ, ਉਹ ਕਹਿੰਦੇ ਵੀ ਜਿਹੜਾ ਅੰਮ੍ਰਿਤਧਾਰੀ ਹੈ ਵੀ ਉਹਨੇ ਕਗਾਰ ਪਾਏ ਨੇ ਅਤੇ ਅਸੀਂ ਪਾਏ ਨਹੀਂ। ਹੁਣ ਫਰਕ ਇਕੱਲਾ ਬਾਹਰ ਹੀ ਨਹੀਂ ਕਕਾਰਾਂ ਦਾ, ਬਾਹਰ ਤਾਂ ਇਹ ਸਾਨੂੰ ਚਿੰਨ੍ਹ ਦਿੱਤੇ ਨੇ ਗੁਰੂ ਸਾਹਿਬ ਨੇ ਵੀ ਤਾਂ ਕਿ ਜਿਹੜਾ ਕੋਈ ਹੋਰ ਜੀਵ ਉਹਨੂੰ ਬਾਹਰੋਂ ਪਤਾ ਲੱਗ ਜੇ ਵੀ ਇਹ ਖਾਲਸਾ ਹੈ, ਵੀ ਇਹ ਖਾਲਸ ਹੋਇਆ ਹੋਇਆ, ਇਹ ਪਿਓਰ ਹੋਇਆ ਹੋਇਆ, ਇਹਦੇ ਤੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ। ਅਤੇ ਜੇ ਕਿਸੇ ਜੀਵ ਨੇ ਪਰਮਾਤਮਾ ਨੂੰ ਮਿਲਾਪ ਦੀ ਗੱਲ ਪੁੱਛਣੀ, ਉਹ ਬਾਹਰੀ ਖਾਲਸੇ ਤੋਂ ਪੁੱਛ ਸਕਦਾ ਵੀ ਤਾਂ ਕਿ ਮਨ ਦਾ ਤਾਂ ਹਰੇਕ ਨੂੰ ਅਵਸਥਾ ਨਜ਼ਰ ਨਹੀਂ ਆਉਂਦੀ ਮਨ ਦੀ, ਪਰ ਬਾਹਰੀ ਪਹਿਰਾਵਾ ਤਾਂ ਦਿਖਦਾ ਨਾ। ਉਹ ਪਹਿਰਾਵਾ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸੰਤ ਤੋਂ ਸਿਪਾਹੀ ਬਣਾਇਆ, ਇਸ ਕਰਕੇ ਵਰਦੀ ਦਿੱਤੀ ਹੈ ਵੀ ਤਾਂ ਕਿ ਜਿਹੜਾ ਜੀਵ ਵੀ ਬਾਹਰੋਂ ਵੀ ਦੇਖੇ ਅਤੇ ਉਹ ਦੇਖ ਕੇ ਸਮਝ ਜਾਵੇ ਵੀ ਇਹ ਖਾਲਸਾ ਹੈ, ਵੀ ਜੇ ਮੈਂ ਪਰਮਾਤਮਾ ਨੂੰ ਮਿਲਾਪ ਦੀ ਕੋਈ ਗੱਲ ਪੁੱਛਣੀ ਮੈਂ ਤੋਂ ਪੁੱਛ ਸਕਦਾ। ਹੁਣ ਜੇ ਕੋਈ ਆਮ ਜੀਵ ਕਹਿੰਦਾ ਵੀ ਮੈਂ ਸਿਰਫ ਵੀ ਕਕਾਰ ਨਹੀਂ ਪਾਏ ਅਤੇ ਉੱਦਾਂ ਮੈਂ ਕੁਝ ਖਾਂਦਾ ਪੀਂਦਾ ਨਹੀਂ, ਵੀ ਮੇਰੇ ਅਤੇ ਇਹਦੇ ਵਿੱਚ ਫਰਕ ਕੀ, ਸਿਰਫ ਇੱਕ ਕਕਾਰਾਂ ਦਾ ਹੀ। ਹੁਣ ਇਕੱਲਾ ਕਕਾਰਾਂ ਦਾ ਅੰਤਰ ਨਹੀਂ, ਅੰਦਰ ਦੀ ਅਵਸਥਾ ਦਾ ਫਰਕ ਹੈ। ਹੁਣ ਜਿਹੜਾ ਗੁਰੂ ਵਾਲਾ ਬਣਿਆ ਉਹਦੇ ਮਨ ਦੀ ਜੋਤ ਪ੍ਰਗਟ, ਅਤੇ ਜਿਹੜਾ ਨਹੀਂ ਬਣਿਆ ਉਹਨੂੰ ਮਨ ਦੀ ਜੋਤ ਹੀ ਨਹੀਂ ਪ੍ਰਗਟ, ਉਹਨੂੰ ਪਤਾ ਹੀ ਨਹੀਂ ਵੀ ਮਨ ਹੈ ਕੀ। ਜੋ ਮਾਰੇ ਗਏ ਸਭ ਮੈਂ ਜੋਤ ਜੋਤ ਹੈ ਸੋਈ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ। ਫਿਰ ਜਿਹੜਾ ਗੁਰੂ ਵਾਲਾ ਹੈ ਉਹਦੀ ਜੋਤ ਪ੍ਰਗਟ ਹੈ ਅਤੇ ਉਹ ਮਾਲਕ ਦੇ ਸਨਮੁਖ, ਪਰਮਾਤਮਾ ਦੇ ਗੁਰੂ ਨੇ ਉਹਦਾ ਪਰਦਾ ਪਾਸੇ ਕਰ ਦਿੱਤਾ। ਉਹ ਗੁਰੂ ਵਾਲਾ ਜਿਹੜਾ ਉਹ ਪਰਮਾਤਮਾ ਨੂੰ ਦੇਖਦਾ ਉਹਦੇ ਸਨਮੁਖ, ਜਿਹੜਾ ਨਹੀਂ ਗੁਰੂ ਵਾਲਾ ਉਹਨੂੰ ਪਰਮਾਤਮਾ ਨਜ਼ਰ ਹੀ ਨਹੀਂ ਆਉਂਦਾ, ਉਹਨੂੰ ਦਿਸਦਾ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਕੌਣ ਸੋ ਸਨਮੁਖ ਕੌਣ ਬੇਮੁਖੀ ਹੈ, ਵੀ ਸਨਮੁਖ ਕੌਣ ਹੈ ਪਰਮਾਤਮਾ ਦੇ, ਦੇਖਦਾ ਕੌਣ ਅਤੇ ਬੇਮੁਖ ਕੌਣ ਹੈ। ਮਹਾਰਾਜ ਕਹਿੰਦੇ ਗੁਰਮੁਖ ਸਨਮੁਖ ਮਨਮੁਖ ਬੇਮੁਖੀ ਹੈ, ਵੀ ਜਿਹੜਾ ਮਨਮੁਖ ਹੈ ਤਾਂ ਬੇਮੁਖ ਹੋਇਆ ਹੋਇਆ, ਉਹ ਪਰਮਾਤਮਾ ਨੂੰ ਦੇਖਦਾ ਹੀ ਨਹੀਂ। ਜਿਹੜਾ ਗੁਰਮੁਖ ਹੈ ਉਹ ਸਨਮੁਖ ਰਹਿੰਦਾ ਪਰਮਾਤਮਾ ਦੇ, ਉਹ ਦੇਖਦਾ ਮਾਲਕ। ਫਿਰ ਜਿਹੜਾ ਗੁਰਮੁਖ ਹੈ ਉਹ ਵੀ ਟੁੱਟੀ ਹੋਈ ਸ਼ਬਦ ਦੇ ਨਾਲ ਕੰਢੀ ਹੈ ਗੁਰੂ ਨੂੰ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੀ ਸਵਾਰੀ, ਵੀ ਉਹਦੀ ਨਾਦ ਦੇ ਨਾਲ ਗੰਢੀ ਗਈ। ਤਾਂਹੀਓ ਅਸੀਂ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਦੀ ਪੁੱਤਰ, ਕਿਉਂਕਿ ਸਾਡੀ ਨਾਦ ਦੇ ਨਾਲ ਟੁੱਟੀ ਹੋਈ ਜੁੜੀ ਹੈ, ਅਤੇ ਜਿਹੜਾ ਨਾਦ ਨਾਲ ਜੁੜਿਆ ਉਹ ਨਾਦੀ ਪੁੱਤਰ। ਜਿਹੜਾ ਹੁਣ ਗੁਰੂ ਵਾਲਾ ਬਣਿਆ ਹੀ ਨਹੀਂ, ਉਹਨੂੰ ਨਾਦ ਦਾ ਪਤਾ ਹੀ ਨਹੀਂ ਵੀ ਨਾਦ ਕਿੱਥੇ ਚੱਲਦਾ ਹੈ, ਅਤੇ ਉਹਨੇ ਕਦੇ ਨਾਦ ਨੂੰ ਸੁਣਿਆ ਹੀ ਨਹੀਂ, ਨਾਦ ਨਾਲੋਂ ਟੁੱਟਿਆ ਹੋਇਆ। ਇਹ ਫਰਕ ਹੈ ਗੁਰੂ ਵਾਲੇ ਅਤੇ ਗੁਰੂ ਵਾਲਾ ਜਿਹੜਾ ਨਹੀਂ। ਫਿਰ ਜਿਹੜਾ ਗੁਰੂ ਵਾਲਾ ਹੈ ਉਹਨੇ ਆਤਮਾ ਦੇ ਦਰਸ਼ਨ ਕੀਤੇ ਅਤੇ ਉਹਨੂੰ ਆਤਮਾ ਦਾ ਭੇਤ ਹੀ ਨਹੀਂ, ਜਿਹੜਾ ਗੁਰੂ ਵਾਲਾ ਨਹੀਂ। ਇਸ ਵਾਸਤੇ ਫਿਰ ਇਕੱਲਾ ਕਕਾਰਾਂ ਦਾ ਹੀ ਫਰਕ ਨਹੀਂ, ਬਾਹਰੀ ਜਿਹੜਾ ਗੁਰੂ ਵਾਲਾ ਬਣਿਆ, ਜਿਹੜਾ ਗੁਰੂ ਦੀ ਸ਼ਰਨ 'ਚ ਗਿਆ ਹੈ, ਉਹਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਵੀ ਉਹ ਸਜਾਖਾ ਹੈ, ਉਹ ਬੋਲਾ ਮਨੀ ਹੈ, ਉਹ ਗੂੰਗਾ ਮਨੀ ਹੈ, ਕਿਉਂਕਿ ਉਹ ਮਾਲਕ ਦੇ ਗੁਣ ਗਾਉਂਦਾ, ਰਸਨਾ ਦੁਆਰਾ ਕੰਨਾਂ ਦੁਆਰਾ ਹਰੀ ਦੀ ਕੀਰਤੀ ਨੂੰ ਸੁਣਦਾ, ਹਰੀ ਦੀ ਕਥਾ ਨੂੰ ਸੁਣਦਾ, ਨਾਦ ਨੂੰ ਸੁਣਦਾ, ਅਤੇ ਨੇਤਰਾਂ ਦੁਆਰਾ ਮਾਲਕ ਨੂੰ ਦੇਖਦਾ ਬ੍ਰਾਹਮਣ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ
ਇਹ ਅਵਸਥਾ ਜੇ ਸਾਡੀ ਬਣ ਜਾਵੇ ਵੀ ਅਸੀਂ ਨੇਤਰਾਂ ਦੁਆਰਾ ਸਾਹਮਣੇ ਪਰਮਾਤਮਾ ਨੂੰ ਦੇਖੀਏ, ਕੰਨਾਂ ਦੁਆਰਾ ਨਾਮ ਨੂੰ ਸੁਣੀ, ਅੰਤਰਗਤੋਂ ਨਾਮ ਦੀ ਸ਼ਬਦ ਦੀ ਆਰਾਧਨਾ ਕਰੀਏ ਅਤੇ ਮੁੱਖ ਦੁਆਰਾ ਮਾਲਕ ਦੇ ਗੁਣ ਗਾਈਏ, ਫਿਰ ਸਾਨੂੰ ਦਰਗਾਹ ਦੇ ਵਿੱਚ ਥਾਂ ਹੈ, ਜਿਉਂਦੇ ਜੀ ਥਾਂ। ਇਹ ਨਹੀਂ ਵੀ ਅਸੀਂ ਆਖੀਏ ਵੀ ਮਰਨ ਤੋਂ ਬਾਅਦ ਵੀ ਜਦੋਂ ਅਸੀਂ ਦੇਹ ਛੱਡੀਏ ਸਾਡੀਆਂ ਅਰਦਾਸਾਂ ਕਰੋ ਜੀ, ਸਾਨੂੰ ਦਰਗਾਹ 'ਚ ਥਾਂ ਦਿਓ ਜੀ, ਇਹਨਾਂ ਦੇ ਗੁਣਾਂ ਔਗੁਣਾਂ ਵੱਲ ਨਾ ਤੱਕਣਾ, ਇਹਨਾਂ ਨੂੰ ਆਪਦੇ ਚਰਨਾਂ 'ਚ ਨਿਵਾਸ ਦਿਓ ਜੀ। ਮਹਾਰਾਜ ਕਹਿੰਦੇ ਬਾਅਦ 'ਚੋਂ ਕਿਹਨੇ ਦੇਖਿਆ, ਤੁਹਾਨੂੰ ਜਿਉਂਦੇ ਜੀ ਦਰਗਾਹ 'ਚ ਥਾਂ ਦੇ ਦਿੰਦੇ। ਤੁਹਾਡੀ ਆਹ ਅਵਸਥਾ ਹੋਣੀ ਚਾਹੀਦੀ। ਜੇ ਸਾਡੇ ਮਨ ਦੀ ਇਹ ਅਵਸਥਾ ਬਣ ਗਈ, ਜਿਹੜੀ ਕਿ ਇੱਕ ਗੁਰੂ ਵਾਲਾ ਜਿਹੜਾ ਉਹਦੀ ਅਵਸਥਾ ਹੋਣੀ ਚਾਹੀਦੀ ਗੁਰਸਿੱਖ ਦੀ, ਫਿਰ ਸਾਨੂੰ ਸੰਸਾਰ ਦੀ ਕੋਈ ਐਸੀ ਤਾਕਤ ਹੈ ਹੀ ਨਹੀਂ ਜਿਹੜੀ ਸਾਨੂੰ ਦਰਗਾਹ ਦੇ ਵਿੱਚ ਜਾਣ ਤੋਂ ਰੋਕ ਸਕੇ। ਮਹਾਰਾਜ ਮੋਹਰ ਲਾਉਂਦੇ, ਸਾਨੂੰ ਸਮਝਾਉਂਦੇ, ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣ, ਸਰਬਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ, ਜਗ ਮੈਂ ਉਤਮ ਕਾਢੀਏ ਵਿਰਲੇ ਕੀ ਕੇ, ਐਸੇ ਗੁਰਮੁਖ ਵਿਰਲੇ ਵਿਰਲੇ ਜਿਨ੍ਹਾਂ ਨੂੰ ਜਿਉਂਦੇ ਜੀ ਦਰਗਾਹ ਦੇ ਵਿੱਚ ਥਾਂ, ਜਿਨ੍ਹਾਂ ਦੀ ਅਵਸਥਾ ਹੈ ਵੀ ਮਾਲਕ ਨੂੰ ਦੇਖਦੇ, ਕੰਨਾਂ ਦੁਆਰਾ ਆਵਾਜ਼ ਨੂੰ ਸੁਣਦੇ ਮਾਲਕ ਦੀ, ਮੁੱਖ ਦੁਆਰਾ ਉਹਦੇ ਗੁਣ ਗਾਉਂਦੇ, ਅੰਤਰਗਤੋਂ ਸ਼ਬਦ ਦੀ ਆਰਾਧਨਾ ਕਰਦੇ ਨਾਮ ਦੀ। ਫਿਰ ਐਸੇ ਗੁਰਮੁਖ ਜਦੋਂ ਮਾਲਕ ਦੀ ਉਸਤਤ ਕਰਦੇ, ਵਡਿਆਈ ਕਰਦੇ, ਫਿਰ ਉਹਨੂੰ ਕਲਯੁਗ ਦੇ ਵਿੱਚ ਪ੍ਰਧਾਨਗੀ ਦਿੱਤੀ। ਮਹਾਰਾਜ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨ। ਵੀ ਗੁਰਮੁਖ ਫਿਰ ਧਿਆਨ ਕਿੱਥੇ ਲਾਉਂਦੇ? ਮਾਲਕ ਦੇ ਵਿੱਚ, ਸੱਚ ਦੇ ਵਿੱਚ, ਪਰਮਾਤਮਾ ਦੇ ਵਿੱਚ। ਉਹ ਉਸੇ ਧਿਆਨ ਲਾ ਕੇ ਮਾਲਕ ਦੀ ਉਸਤਤ ਕਰਦੇ, ਵਡਿਆਈ ਕਰਦੇ। ਅਤੇ ਤਾਂਹੀਓ ਕਹਿੰਦੇ ਵੀ ਜਦ ਤੱਕ ਤੁਸੀਂ ਪਰਮਾਤਮਾ ਨੂੰ ਦੇਖਿਆ ਨਹੀਂ ਅਤੇ ਫਿਰ ਤੁਸੀਂ ਧਿਆਨ ਕਿਹਦਾ ਧਰਦੇ? ਜਦ ਤੱਕ ਗੁਰੂ ਦੀ ਸ਼ਰਨ 'ਚ ਨਹੀਂ ਗਏ ਅਤੇ ਫਿਰ ਤੁਸੀਂ ਗਿਆਨ ਕਿਹੜਾ ਲਿਆ ਅਤੇ ਫਿਰ ਕਥਾ ਵਿਚਾਰ ਕਿਹੜੀ ਕਰਦੇ? ਮਹਾਰਾਜ ਕਹਿੰਦੇ ਬਿਨ ਪੇਖੇ ਕਹੋ ਕੈਸੋ ਧਿਆਨ, ਬਿਨ ਗੁਰ ਦੇਖਿਆ ਕੈਸੇ ਗਿਆਨ। ਵੀ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਹੜਾ ਗਿਆਨ ਅਤੇ ਕਿਹੜਾ ਧਿਆਨ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਜਦੋਂ ਸਾਡੇ ਮਨ ਦੀ ਇਹ ਅਵਸਥਾ ਹੋ ਜਾਏਗੀ, ਅਸੀਂ ਘਰ ਜਾਵਾਂਗੇ, ਫਿਰ ਉਹ ਗੁਰਸਿੱਖ ਨੂੰ ਕਹਿੰਦੇ ਵੀ ਹੁਣ ਤੁਸੀਂ ਉਹ ਕਥਾ ਸੁਣਾਓ, ਹਰ ਕਥਾ ਸੁਣਾਵੋ ਮੇਰੇ ਗੁਰਸਿੱਖੋ, ਮੇਰੇ ਹਰ ਪ੍ਰਭ ਕੀ ਕਥ ਕਹਾਣੀ। ਕਿਉਂ ਪਾਈਏ ਕਿਉਂ ਦੇਖੀਏ ਮੇਰਾ ਹਰ ਪ੍ਰਭ ਸੁਗੜ ਸਜਾਣ। ਵੀ ਕਿਵੇਂ ਮਾਲਕ ਦੇ ਨਾਲ ਮਿਲਾਪ ਹੋਵੇ, ਕਿਵੇਂ ਉਹਨੂੰ ਪਾਇਆ ਜਾਵੇ, ਕਿਵੇਂ ਆਪਣੇ ਘਰ ਜਾਈਏ, ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਕਹਾਣੀ, ਇਹ ਸਾਰੀ ਕਹਾਣੀ ਦੱਸੋ, ਜਿਹਨੂੰ ਅਕਥ ਕਹਾਣੀ ਕਹਿੰਦੇ, ਪ੍ਰੇਮ ਕਹਾਣੀ ਕਹਿੰਦੇ। ਹੁਣ ਇਹ ਕਹਾਣੀ ਨੂੰ ਜਾਣਨ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਸਿਮਰਨ ਕਰ। ਜਦੋਂ ਅਸੀਂ ਕਹਿੰਦੇ ਸਿਮਰਨ ਕਰਾਂਗੇ, ਆਪਦੀ ਆਵਾਜ਼ ਨੂੰ ਧੁਨ ਆਖਿਆ, ਧੁਨ ਦੇ ਵਿੱਚ ਧਿਆਨ ਰੱਖਾਂਗੇ, ਫਿਰ ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋਏਗਾ ਅਤੇ ਫਿਰ ਅਸੀਂ ਇਹ ਕਥ ਕਹਾਣੀ ਨੂੰ ਜਾਣਾਂਗੇ। ਮਾਰੇ ਫਰਮਾਉਂਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ। ਆਓ ਹੁਣ ਜੋ ਸਤਿਗੁਰੂ ਸਾਨੂੰ ਕਹਿ ਰਹੇ ਸਿਮਰਨ ਅਭਿਆਸ ਕਰਨ, ਵੀ ਸਾਸ ਗਿਰਾ ਸਿਮਰਨ ਕਰੋ, ਆਪਣੀ ਆਵਾਜ਼ ਨੂੰ ਕੰਨਾਂ ਦੁਆਰਾ ਧਿਆਨ ਦੇ ਨਾਲ ਆਪ ਹੀ ਸੁਣੋ, ਤਾਂ ਕਿ ਅਸੀਂ ਇਹ ਕਥ ਕਹਾਣੀ ਨੂੰ ਫਿਰ ਜਾਣੀਏ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਆਪਣਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੁੰਦਾ, ਫਿਰ ਹੀ ਸਾਨੂੰ ਇਹ ਕਥਾ ਕਹਾਣੀ ਦੀ ਸਮਝ ਆਉਂਦੀ। ਜਿਉਂ-ਜਿਉਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ ਜਾਏਗਾ ਅਤੇ ਉਦੋਂ ਸਾਨੂੰ ਸਮਝ ਆਉਂਦੀ ਜਾਏਗੀ ਇਹ ਸਾਨੂੰ ਗੁਰਬਾਣੀ ਗੁਰੂ ਕੀ ਸਮਝਾ ਰਹੇ ਨੇ, ਕੀ ਸਾਨੂੰ ਉਪਦੇਸ਼ ਕਰ ਰਹੇ। ਜਦੋਂ ਆਪਣਾ ਮਨ ਉੱਥੇ ਚਲਾ ਜਾਏਗਾ, ਚੌਥੇ ਪਦ ਦੇ ਵਿੱਚ ਵਿਚਾਰਾਂ ਤੋਂ ਰਹਿਤ ਹੋ ਜਾਏਗਾ, ਸਹਿਜ ਦੇ ਵਿੱਚ ਆ ਜੀ, ਫਿਰ ਸਾਨੂੰ ਗੁਰਬਾਣੀ ਗੁਰੂ ਦੇ ਅਰਥ ਆਪਣੇ ਆਪ ਹੀ ਆ ਜਾਣਗੇ ਵੀ ਇੱਥੇ ਦੀ ਗੁਰਬਾਣੀ ਗੁਰੂ ਗੱਲ ਕਰਦੇ। ਜਿਵੇਂ ਇੱਕ ਹੁੰਦਾ ਆਖਰੀ ਅਰਥ, ਵੀ ਜਿਵੇਂ ਵਿਦਵਾਨ ਕਰਦੇ, ਇੱਕ ਹੁੰਦਾ ਅਨੁਭਵੀ ਗਿਆਨ। ਹੁਣ ਸਾਰਾ ਜੋ ਗੁਰਬਾਣੀ ਗੁਰੂ ਇਹ ਅਨੁਭਵੀ ਗਿਆਨ ਹੈ ਭਗਤਾਂ ਦਾ, ਵੀ ਉਹਨਾਂ ਨੇ ਜੋ ਅਨੁਭਵ ਕੀਤਾ, ਜੋ ਉਹਨਾਂ ਨੇ ਦੇਖਿਆ, ਉਹ ਆਪਾਂ ਨੂੰ ਲਿਖਤੀ ਰੂਪ ਵਿੱਚ ਦੱਸ ਦਿੱਤਾ। ਔਰ ਜਦੋਂ ਆਪਾਂ ਵੀ ਉਹ
ਅਵਸਥਾ 'ਚ ਜਾਵਾਂਗੇ ਸਹਿਜ ਦੇ ਵਿੱਚ, ਫਿਰ ਆਪਾਂ ਨੂੰ ਸਮਝ ਲੱਗੇਗੀ ਵੀ ਇੱਥੇ ਦੀ ਗੁਰਬਾਣੀ ਗੁਰੂ ਗੱਲ ਕਰਦੀ। ਸੋ ਇਸ ਵਾਸਤੇ ਹੁਣ ਇਸ ਸਹਿਜ ਵਿੱਚ ਜਾਣ ਲਈ ਆਪਾਂ ਵੱਧ ਤੋਂ ਵੱਧ ਇਹ ਸਿਮਰਨ ਕਰਨ, ਬਹਿੰਦੇ ਉੱਠਦੇ ਚੱਲਦੇ ਫਿਰਦੇ ਜਿਹੜਾ ਸਾਡਾ ਮਨ ਭੁੱਲ ਜਾਂਦਾ, ਇਹਨੂੰ ਵਾਰ-ਵਾਰ ਚੇਤੇ ਕਰਾਉਣਾ ਵੀ ਭੁੱਲੇ ਨਾ। ਜੋ ਮਾਰੇ ਫਰਮਾਉਂਦੇ ਮਨ ਮੂਰਖ ਅਜੂ ਨਾ ਸਮਝਤ ਸਿੱਖ ਦੇ ਹਾਰਿਓ ਨੀਤ, ਵੀ ਇਹਨੂੰ ਰੋਜ਼ ਸਿੱਖਿਆ ਦਿੰਦੇ ਫਿਰ ਭੁੱਲ ਜਾਂਦਾ, ਫਿਰ ਸਮਝਾਉਣੇ ਫਿਰ ਭੁੱਲ ਜਾਂਦਾ। ਹੌੜੇ ਸਾਡੇ ਅੰਦਰ ਦ੍ਰਿੜ ਹੋ ਜੇ ਜੋ ਇਹ ਭੁੱਲਦਾ ਇਹ ਭੁੱਲੇ ਨਾ। ਉਹਦੇ ਵਾਸਤੇ ਫਿਰ ਇਹ ਆਪਾਂ ਵਾਰ-ਵਾਰ ਅਭਿਆਸ ਕੀਤੀ ਜਾ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਜੇ ਵਸ ਜੇਗਾ ਤਾਂ ਸਾਨੂੰ ਮਾਲਕ ਭੁੱਲੇਗਾ। ਮਾਰੇ ਫਰਮਾਉਂਦੇ ਗੁਰ ਕਾ ਸ਼ਬਦ ਮਨ ਵਸੇ ਤਾਂ ਹਰ ਵਿਸਰ ਨਾ ਜਾਈ, ਵੀ ਫਿਰ ਸਾਨੂੰ ਮਾਲਕ ਵਿਸਰਨਾ ਹੀ ਨਹੀਂ, ਸਾਨੂੰ ਭੁੱਲਣਾ ਹੀ ਨਹੀਂ ਜਦੋਂ ਗੁਰੂ ਦਾ ਸ਼ਬਦ ਸਾਡੇ ਹਿਰਦੇ 'ਚ ਵਸ ਗਿਆ। ਔਰ ਇਸ ਲਈ ਇਹ ਆਪਾਂ ਵੱਧ ਤੋਂ ਵੱਧ ਦ੍ਰਿੜ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ ਚੱਲਦੇ ਫਿਰਦੇ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਨਾ, ਸਹਿਜ ਦੇ ਨਾਲ ਵਿਚਾਰਨਾ, ਖੋਜਣਾ ਤਾਂ ਕਿ ਆਪਣਾ ਮਨ ਹੋਰ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ। ਜਿੰਨੀ ਆਪਾਂ ਸੰਗਤ ਕਰਦੇ ਆਪਾਂ ਨੂੰ ਉਨਾ ਹੀ ਲਾਭ ਹੈ, ਲਾਹਾ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ ਸਾਰਾ ਗੁਰਬਾਣੀ ਗੁਰੂ ਦੁਆਰਾ ਭੁੰਨ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹ ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਰੋਜ਼, ਵੀ ਤਾਂ ਕਿ ਆਪਣੇ ਹਿਰਦੇ 'ਚ ਵਸ ਜੇ ਆਪਣਾ ਮਨ 'ਚ, ਵੀ ਇਹ ਆਪਣੇ ਮਨ ਨੂੰ ਪ੍ਰਤੀਤ ਆ ਜੇ, ਭਰੋਸਾ ਆ ਜੇ, ਵੀ ਇਹ ਗਿਆਨ ਸਾਡੇ ਅੰਦਰ ਇੰਨਾ ਦ੍ਰਿੜ ਹੋ ਜੇ, ਸਾਡੇ ਹਿਰਦੇ 'ਚ ਵਸ ਜੇ, ਇਹ ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ ਮਾਲਕ। ਸੋ ਇਸ ਵਾਸਤੇ ਫਿਰ ਇਹ ਆਪਾਂ ਵਾਰ-ਵਾਰ ਦ੍ਰਿੜ ਕਰਦੇ ਹਾਂ ਵੀ ਜਿਹੜਾ ਭੁੱਲਦਾ ਇਹਨੂੰ ਭੁੱਲੇ ਨਾ, ਇਹਨੂੰ ਪੱਕਾ ਹੋ ਜੇ, ਦ੍ਰਿੜ ਹੋ ਜੇ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।